ਇੱਕ ਵੇਲੇ ਮਨੁੱਖਤਾ ਇੱਕ ਅਜਿਹੇ ਦੁਸ਼ਮਣ ਨਾਲ ਲੜ ਰਹੀ ਸੀ ਜੋ ਦਿਖਾਈ ਨਹੀਂ ਦਿੰਦਾ ਸੀ ਪਰ ਸਾਡੀ ਸਾਰਿਆਂ ਦੀ ਹੋਂਦ ਨੂੰ ਖਤਰੇ ਵਿੱਚ ਪਾ ਸਕਦਾ ਸੀ। ਇਹ ਕਹਾਣੀ ਸਿਰਫ ਓਜ਼ੋਨ ਪਰਤ ਦੀ ਨਹੀਂ, ਸਗੋਂ ਇਸ ਗੱਲ ਦੀ ਹੈ ਕਿ ਕਿਵੇਂ ਦੁਨੀਆ ਨੇ ਮਿਲ ਕੇ ਖੁਦ ਨੂੰ ਇੱਕ ਵੱਡੀ ਤਬਾਹੀ ਤੋਂ ਬਚਾਇਆ। ਜ਼ਰਾ ਸੋਚੋ, ਸਾਡੇ ਗ੍ਰਹਿ ਦੇ ਆਲੇ-ਦੁਆਲੇ ਇੱਕ ਅਦਿੱਖ ਸੁਰੱਖਿਆ ਕਵਚ ਹੈ। ਇਹ ਕੋਈ ਫਿਲਮੀ ਕਹਾਣੀ ਨਹੀਂ, ਸਗੋਂ ਇੱਕ ਹਕੀਕਤ ਹੈ। ਇਹ ਹੈ ਓਜ਼ੋਨ ਪਰਤ, ਜੋ ਸਾਨੂੰ ਸੂਰਜ ਦੀਆਂ ਘਾਤਕ ਕਿਰਨਾਂ ਤੋਂ ਬਚਾਉਂਦੀ ਹੈ ਤੇ ਧਰਤੀ ਤੇ ਜੀਵਨ ਨੂੰ ਸੰਭਵ ਬਣਾਉਂਦੀ ਹੈ। ਪਰ ਸਵਾਲ ਇਹ ਉੱਠਦਾ ਹੈ ਕਿ ਜਿਹੜੀ ਢਾਲ ਸਾਨੂੰ ਹਜ਼ਾਰਾਂ ਸਾਲਾਂ ਤੋਂ ਬਚਾ ਰਹੀ ਸੀ, ਅਸੀਂ ਉਸੇ ਨੂੰ ਤਬਾਹ ਕਰਨ ਤੇ ਕਿਵੇਂ ਤੁਲ ਗਏ? ਚਲੋ ਇਸ ਦੇ ਪਿੱਛੇ ਦੀ ਕਹਾਣੀ ਨੂੰ ਸਮਝਦੇ ਹਾਂ। ਤਾਂ ਚਲੋ ਸ਼ੁਰੂ ਤੋਂ ਸ਼ੁਰੂ ਕਰਦੇ ਹਾਂ। ਇਹ ਸਮਝਣ ਲਈ ਕਿ ਇਹ ਢਾਲ ਕਿਵੇਂ ਟੁੱਟੀ, ਪਹਿਲਾਂ ਇਹ ਜਾਣਨਾ ਪਵੇਗਾ ਕਿ ਇਹ ਹੈ ਕੀ ਅਤੇ ਕੰਮ ਕਿਵੇਂ ਕਰਦੀ ਹੈ। ਅੱਛਾ, ਸਭ ਤੋਂ ਪਹਿਲਾਂ ਇੱਕ ਗੱਲ ਸਾਫ਼ ਕਰਨੀ ਬਹੁਤ ਜ਼ਰੂਰੀ ਹੈ। ਹਰ ਓਜ਼ੋਨ ਇੱਕੋ ਜਿਹਾ ਨਹੀਂ ਹੁੰਦਾ। ਸਾਡੇ ਤੋਂ ਮੀਲਾਂ ਉੱਪਰ ਆਸਮਾਨ ਵਿੱਚ ਚੰਗਾ ਓਜ਼ੋਨ ਹੈ ਜਿਹੜਾ ਸਾਡਾ ਸੁਰੱਖਿਆ ਕਵਚ ਹੈ, ਪਰ ਇੱਥੇ ਜ਼ਮੀਨ ਤੇ ਬੁਰਾ ਓਜ਼ੋਨ ਇੱਕ ਜ਼ਹਿਰੀਲਾ ਪ੍ਰਦੂਸ਼ਣ ਹੈ। ਅੱਜ ਦੀ ਸਾਡੀ ਕਹਾਣੀ ਉਸ ਚੰਗੇ ਆਸਮਾਨ ਵਾਲੇ ਓਜ਼ੋਨ ਬਾਰੇ ਹੈ। ਤਾਂ ਫਿਰ ਇਹ ਓਜ਼ੋਨ ਹੈ ਕੀ? ਸਿੱਧੇ ਸ਼ਬਦਾਂ ਵਿੱਚ ਇਹ ਆਕਸੀਜਨ ਦਾ ਇੱਕ ਸੁਪਰ ਪਾਵਰਡ ਰੂਪ ਹੈ। ਜਿਸ ਆਕਸੀਜਨ ਵਿੱਚ ਅਸੀਂ ਸਾਹ ਲੈਂਦੇ ਹਾਂ ਉਸ ਵਿੱਚ 2 ਪਰਮਾਣੂ ਹੁੰਦੇ ਨੇ, ਯਾਨੀ O2, ਪਰ ਓਜ਼ੋਨ ਵਿੱਚ 3 ਹੁੰਦੇ ਨੇ, O3। ਤੇ ਇਹੀ ਤੀਜਾ ਪਰਮਾਣੂ ਇਸ ਨੂੰ ਇੱਕ ਸੁਪਰ ਹੀਰੋ ਬਣਾਉਂਦਾ ਹੈ ਜੋ ਸੂਰਜ ਦੀਆਂ ਖਤਰਨਾਕ ਕਿਰਨਾਂ ਨੂੰ ਰੋਕ ਲੈਂਦਾ ਹੈ। ਇਸ ਨੂੰ ਸਮਝਣ ਦਾ ਇੱਕ ਬਹੁਤ ਵਧੀਆ ਤਰੀਕਾ ਹੈ ਇੱਕ ਲੀਕ ਹੁੰਦੀ ਬਾਲਟੀ ਵਾਲਾ। ਦੇਖੋ, ਓਜ਼ੋਨ ਪਰਤ ਇੱਕ ਲਗਾਤਾਰ ਚੱਲਣ ਵਾਲੀ ਪ੍ਰਕਿਰਿਆ ਹੈ। ਸੂਰਜ ਦੀ ਰੋਸ਼ਨੀ ਨਾਲ ਓਜ਼ੋਨ ਬਣਦਾ ਵੀ ਹੈ ਤੇ ਟੁੱਟਦਾ ਵੀ ਹੈ। ਜਦੋਂ ਤੱਕ ਇਹ ਸੰਤੁਲਨ ਬਣਿਆ ਰਹਿੰਦਾ ਹੈ, ਸਭ ਠੀਕ ਰਹਿੰਦਾ ਹੈ। ਪਰ ਫਿਰ ਕਹਾਣੀ 'ਚ ਇੱਕ ਵਿਲਨ ਦੀ ਐਂਟਰੀ ਹੋਈ, ਇੱਕ ਅਜਿਹਾ ਕੈਮੀਕਲ ਜੋ ਅਸੀਂ ਇਨਸਾਨਾਂ ਨੇ ਹੀ ਬਣਾਇਆ ਸੀ। ਇਸਨੇ ਕੁਦਰਤ ਦੇ ਸੰਤੁਲਨ ਨੂੰ ਪੂਰੀ ਤਰ੍ਹਾਂ ਵਿਗਾੜ ਦਿੱਤਾ ਤੇ ਸਾਡੀ ਸੁਰੱਖਿਆ ਵਾਲੀ ਬਾਲਟੀ ਵਿੱਚ ਤੇਜ਼ੀ ਨਾਲ ਛੇਕ ਕਰਨੇ ਸ਼ੁਰੂ ਕਰ ਦਿੱਤੇ। ਇਸ ਦੁਸ਼ਮਣ ਦਾ ਨਾਮ ਸੀ ਕਲੋਰੋਫਲੋਰੋਕਾਰਬਨ ਜਾਂ CFCs। ਉਸ ਜ਼ਮਾਨੇ 'ਚ ਇਹ ਕਿਸੇ ਜਾਦੂਈ ਕੈਮੀਕਲ ਤੋਂ ਘੱਟ ਨਹੀਂ ਸੀ ਜੋ ਸਪਰੇ ਕੈਨ ਅਤੇ ਫਰਿੱਜਾਂ ਵਿੱਚ ਵਰਤਿਆ ਜਾਂਦਾ ਸੀ। ਪਰ ਇਸ ਦਾ ਇੱਕ ਖਤਰਨਾਕ ਰਾਜ਼ ਸੀ ਜਿਸ ਬਾਰੇ ਕੋਈ ਨਹੀਂ ਜਾਣਦਾ ਸੀ। ਇਹ ਜ਼ਮੀਨ ਤੇ ਤਾਂ ਬਿਲਕੁਲ ਸੁਰੱਖਿਅਤ ਸੀ, ਪਰ ਅਸਮਾਨ 'ਚ ਜਾ ਕੇ ਇੱਕ ਤਬਾਹੀ ਮਚਾ ਦਿੰਦਾ ਸੀ। ਤਾਂ ਇਹ ਤਬਾਹੀ ਹੁੰਦੀ ਕਿਵੇਂ ਸੀ? ਦੇਖੋ, ਜਦੋਂ CFCs ਉੱਪਰ ਆਸਮਾਨ 'ਚ ਪਹੁੰਚਦੇ, ਸੂਰਜ ਦੀ ਤੇਜ਼ ਰੋਸ਼ਨੀ ਉਹਨਾਂ ਨੂੰ ਤੋੜ ਦਿੰਦੀ ਸੀ ਤੇ ਕਲੋਰੀਨ ਦਾ ਇੱਕ ਪਰਮਾਣੂ ਆਜ਼ਾਦ ਹੋ ਜਾਂਦਾ। ਇਹ ਇਕੱਲਾ ਕਲੋਰੀਨ ਪਰਮਾਣੂ ਇੱਕ ਸੀਰੀਅਲ ਕਿਲਰ ਵਾਂਗ ਕੰਮ ਕਰਦਾ ਸੀ। ਇੱਕ ਓਜ਼ੋਨ ਅਣੂ ਨੂੰ ਤੋੜਦਾ, ਫਿਰ ਅਗਲੇ ਨੂੰ ਤੇ ਫਿਰ ਅਗਲੇ ਨੂੰ। ਇਹ ਤਬਾਹੀ ਦੀ ਇੱਕ ਨਾ ਰੁਕਣ ਵਾਲੀ ਲੜੀ ਸੀ। ਤੇ ਸਭ ਤੋਂ ਡਰਾਉਣੀ ਗੱਲ ਪਤਾ ਕੀ ਹੈ? ਸਿਰਫ ਇੱਕ ਕਲੋਰੀਨ ਦਾ ਪਰਮਾਣੂ ਖਤਮ ਹੋਣ ਤੋਂ ਪਹਿਲਾਂ 1 ਲੱਖ ਓਜ਼ੋਨ ਦੇ ਅਣੂਆਂ ਨੂੰ ਤਬਾਹ ਕਰ ਸਕਦਾ ਹੈ। ਜੀ ਹਾਂ, ਪੂਰੇ 1 ਲੱਖ। ਹੁਣ ਸਮਝਿਆ ਜਾ ਸਕਦਾ ਹੈ ਕਿ ਇਹ ਕਿੰਨੀ ਵੱਡੀ ਤਬਾਹੀ ਸੀ। ਸਾਡਾ ਕੁਦਰਤੀ ਸੰਤੁਲਨ ਤੇਜ਼ੀ ਨਾਲ ਵਿਗੜ ਰਿਹਾ ਸੀ। ਕਈ ਸਾਲਾਂ ਤੱਕ ਇਹ ਨੁਕਸਾਨ ਸਾਡੀਆਂ ਨਜ਼ਰਾਂ ਤੋਂ ਓਲੇ ਰਿਹਾ। ਵਿਗਿਆਨੀ ਚੇਤਾਵਨੀਆਂ ਦਿੰਦੇ ਰਹੇ, ਪਰ ਕਿਸੇ ਨੇ ਗੰਭੀਰਤਾ ਨਾਲ ਨਹੀਂ ਲਿਆ। ਪਰ ਫਿਰ ਦੁਨੀਆ ਦੇ ਸਭ ਤੋਂ ਵੀਰਾਨ ਕੋਨੇ ਅੰਟਾਰਕਟਿਕਾ 'ਚ ਵਿਗਿਆਨੀਆਂ ਨੂੰ ਕੁਝ ਅਜਿਹਾ ਮਿਲਿਆ ਜਿਸ ਨੇ ਸਾਰਿਆਂ ਨੂੰ ਹਿਲਾ ਕੇ ਰੱਖ ਦਿੱਤਾ। ਇਹ ਤਸਵੀਰ ਦੇਖੋ, ਇਹ ਹੈ 1979 ਦੀ, ਜਿਸ ਵਿੱਚ ਹਰਾ ਤੇ ਪੀਲਾ ਰੰਗ ਦੱਸ ਰਿਹਾ ਹੈ ਕਿ ਅੰਟਾਰਕਟਿਕਾ ਦੇ ਉੱਪਰ ਓਜ਼ੋਨ ਪਰਤ ਕਿੰਨੀ ਸਿਹਤਮੰਦ ਤੇ ਮਜ਼ਬੂਤ ਸੀ। ਇਹ ਸਮਝੋ ਕਿ ਇਹ ਤਬਾਹੀ ਤੋਂ ਪਹਿਲਾਂ ਦੀ ਤਸਵੀਰ ਹੈ। ਤੇ ਫਿਰ ਸਿਰਫ ਕੁਝ ਸਾਲਾਂ 'ਚ ਹੀ ਇਹ ਹੋ ਗਿਆ। ਇਸ ਤਸਵੀਰ 'ਚ ਜਿਹੜਾ ਨੀਲਾ ਤੇ ਜਾਮਨੀ ਰੰਗ ਹੈ, ਉਹ ਓਜ਼ੋਨ ਦੀ ਇੱਕ ਭਿਆਨਕ ਕਮੀ ਨੂੰ ਦਰਸਾਉਂਦਾ ਹੈ। ਇਹ ਅਸਲ ਵਿੱਚ ਕੋਈ ਮੋਰੀ ਨਹੀਂ ਸੀ, ਸਗੋਂ ਸਾਡੀ ਸੁਰੱਖਿਆ ਢਾਲ ਇੰਨੀ ਪਤਲੀ ਹੋ ਗਈ ਸੀ ਕਿ ਲਗਭਗ ਗਾਇਬ ਹੀ ਹੋ ਗਈ ਸੀ। ਇਸ ਖੋਜ ਨੇ ਪੂਰੀ ਦੁਨੀਆ ਨੂੰ ਹਿਲਾ ਦਿੱਤਾ। ਇਹ ਸਭ ਰਾਤੋਂ ਰਾਤ ਨਹੀਂ ਹੋਇਆ। ਵਿਗਿਆਨੀ ਤਾਂ 1974 ਤੋਂ ਹੀ ਚੇਤਾਵਨੀ ਦੇ ਰਹੇ ਸਨ, ਪਰ 1985 'ਚ ਓਜ਼ੋਨ ਮੋਰੀ ਦੀ ਖੋਜ ਨੇ ਸਭ ਕੁਝ ਬਦਲ ਦਿੱਤਾ। ਇਸ ਤੋਂ ਬਾਅਦ ਜੋ ਹੋਇਆ ਉਹ ਬਹੁਤ ਹੈਰਾਨੀਜਨਕ ਸੀ। ਸਿਰਫ 2 ਸਾਲਾਂ ਦੇ ਅੰਦਰ ਪੂਰੀ ਦੁਨੀਆ ਇਸ ਖਤਰੇ ਨਾਲ ਲੜਨ ਲਈ ਇਕੱਠੀ ਹੋ ਗਈ। ਸੰਕਟ ਬਹੁਤ ਵੱਡਾ ਸੀ, ਪਰ ਮਨੁੱਖਤਾ ਨੇ ਹਾਰ ਨਹੀਂ ਮੰਨੀ। ਸਗੋਂ ਦੁਨੀਆ ਭਰ ਦੇ ਦੇਸ਼ਾਂ ਨੇ ਉਹ ਕਰਕੇ ਦਿਖਾਇਆ ਜੋ ਪਹਿਲਾਂ ਕਦੇ ਸੋਚਿਆ ਵੀ ਨਹੀਂ ਸੀ। ਮੌਂਟਰੀਅਲ ਪ੍ਰੋਟੋਕਾਲ। ਇਹ ਨਾ ਇਤਿਹਾਸ 'ਚ ਹਮੇਸ਼ਾ ਯਾਦ ਰੱਖਿਆ ਜਾਵੇਗਾ। ਇਹ ਇੱਕ ਅਜਿਹਾ ਇਤਿਹਾਸਿਕ ਅੰਤਰਰਾਸ਼ਟਰੀ ਸਮਝੌਤਾ ਸੀ ਜਿਸ ਨੇ ਸਾਬਿਤ ਕਰ ਦਿੱਤਾ ਕਿ ਜਦੋਂ ਵਿਗਿਆਨ ਅਤੇ ਰਾਜਨੀਤੀ ਇੱਕ ਸਾਂਝੇ ਮਕਸਦ ਲਈ ਇਕੱਠੇ ਹੋ ਜਾਣ ਤਾਂ ਕੁਝ ਵੀ ਅਸੰਭਵ ਨਹੀਂ ਹੁੰਦਾ। ਤੇ ਇਸ ਦਾ ਅਸਰ ਹੋਇਆ। ਇਹ ਇਤਿਹਾਸ ਦੀ ਪਹਿਲੀ ਤੇ ਸ਼ਾਇਦ ਇਕਲੌਤੀ ਸੰਧੀ ਹੈ ਜਿਸ ਤੇ ਦੁਨੀਆ ਦੇ ਹਰ ਦੇਸ਼ ਨੇ ਦਸਤਖਤ ਕੀਤੇ ਹਨ। ਨਤੀਜਾ, CFCs ਵਰਗੇ ਖਤਰਨਾਕ ਕੈਮੀਕਲ ਬਣਾਉਣੇ ਲਗਭਗ ਪੂਰੀ ਤਰ੍ਹਾਂ ਬੰਦ ਹੋ ਗਏ। ਪਰ ਸਵਾਲ ਇਹ ਹੈ ਕਿ ਸਾਡੀ ਇਸ ਕੋਸ਼ਿਸ਼ ਦਾ ਅਸਲ ਅਸਰ ਕੀ ਹੋਇਆ? ਕੀ ਫਰਕ ਪਿਆ? ਇਸ ਦਾ ਜਵਾਬ ਨਾਸਾ ਦੇ ਵਿਗਿਆਨੀਆਂ ਨੇ ਕੰਪਿਊਟਰ ਸਿਮੂਲੇਸ਼ਨ ਰਾਹੀਂ ਲੱਭਿਆ।
ਤੇ ਜੋ ਸਾਹਮਣੇ ਆਇਆ ਉਹ ਬਹੁਤ ਹੈਰਾਨ ਕਰਨ ਵਾਲਾ ਸੀ। ਜ਼ਰਾ ਇੱਕ ਪਲ ਲਈ ਸੋਚੋ, ਜੇਕਰ ਅਸੀਂ ਕੁਝ ਨਾ ਕੀਤਾ ਹੁੰਦਾ ਤਾਂ ਕੀ ਹੁੰਦਾ? ਜੇ ਮੌਂਟਰੀਅਲ ਪ੍ਰੋਟੋਕਾਲ ਕਦੇ ਬਣਦਾ ਹੀ ਨਾ, ਜੇ CFCs ਦੀ ਵਰਤੋਂ ਇਸੇ ਤਰ੍ਹਾਂ ਚੱਲਦੀ ਰਹਿੰਦੀ, ਤਾਂ ਸਾਡੀ ਦੁਨੀਆ ਅੱਜ ਕਿਹੋ ਜਿਹੀ ਹੁੰਦੀ? ਇਹ ਸਲਾਈਡ ਉਸ ਡਰਾਉਣੀ ਸੱਚਾਈ ਨੂੰ ਬਿਆਨ ਕਰਦੀ ਹੈ। ਖੱਬੇ ਪਾਸੇ ਹੈ ਸਾਡੀ ਅਸਲ ਦੁਨੀਆ, ਜਿੱਥੇ ਓਜ਼ੋਨ ਪਰਤ ਹੌਲੀ-ਹੌਲੀ ਠੀਕ ਹੋ ਰਹੀ ਹੈ, ਪਰ ਸੱਜੇ ਪਾਸੇ ਹੈ ਉਹ ਦੁਨੀਆ ਜਿਸ ਤੋਂ ਅਸੀਂ ਬਚ ਗਏ। ਇੱਕ ਅਜਿਹੀ ਦੁਨੀਆ ਜਿੱਥੇ ਸਾਡੀ ਸੁਰੱਖਿਆ ਢਾਲ ਲਗਭਗ ਪੂਰੀ ਤਰ੍ਹਾਂ ਖਤਮ ਹੋ ਚੁੱਕੀ ਹੈ। ਇਹ ਗੂੜਾ ਨੀਲਾ ਰੰਗ ਇੱਕ ਵੱਡੀ ਤਬਾਹੀ ਦਾ ਪ੍ਰਤੀਕ ਹੈ। ਉਸ ਬਚੀ ਹੋਈ ਦੁਨੀਆ ਵਿੱਚ ਓਜ਼ੋਨ ਮੋਰੀ ਸਿਰਫ ਅੰਟਾਰਕਟਿਕਾ ਤੇ ਹੀ ਨਹੀਂ, ਸਗੋਂ ਪੂਰੀ ਦੁਨੀਆ ਤੇ ਹੁੰਦੀ। ਸੂਰਜ ਦੀਆਂ ਘਾਤਕ UV ਕਿਰਨਾਂ ਇੰਨੀਆਂ ਵੱਧ ਜਾਂਦੀਆਂ ਕਿ ਦੁਪਹਿਰ ਵੇਲੇ ਬਾਹਰ ਨਿਕਲਣਾ ਵੀ ਮੁਸ਼ਕਿਲ ਹੋ ਜਾਂਦਾ। 2065 ਤੱਕ ਸਾਡੀ ਓਜ਼ੋਨ ਪਰਤ ਦਾ 2/3 ਹਿੱਸਾ ਹਮੇਸ਼ਾ ਲਈ ਖਤਮ ਹੋ ਜਾਂਦਾ। ਪਰ ਚੰਗੀ ਖਬਰ ਇਹ ਹੈ ਕਿ ਅਸੀਂ ਉਸ ਭਿਆਨਕ ਭਵਿੱਖ ਤੋਂ ਬਚ ਗਏ। ਅਸੀਂ ਹੁਣ ਉਸ ਰਸਤੇ ਤੇ ਹਾਂ, ਇੱਕ ਹੌਲੀ ਪਰ ਪੱਕੀ ਰਿਕਵਰੀ ਦੇ ਰਾਹ ਤੇ। ਸਫ਼ਰ ਲੰਬਾ ਹੈ ਕਿਉਂਕਿ ਇਹ ਕੈਮੀਕਲ ਕਈ ਦਹਾਕਿਆਂ ਤੱਕ ਵਾਯੂਮੰਡਲ ਵਿੱਚ ਰਹਿੰਦੇ ਹਨ, ਪਰ ਉਮੀਦ ਹੈ ਕਿ 2064 ਤੱਕ ਓਜ਼ੋਨ ਮੋਰੀ ਲਗਭਗ ਪੂਰੀ ਤਰ੍ਹਾਂ ਭਰ ਜਾਵੇਗੀ। ਤਾਂ ਇਸ ਸਾਰੀ ਕਹਾਣੀ ਤੋਂ ਸਿੱਖਣ ਨੂੰ ਕੀ ਮਿਲਦਾ? ਇਹ ਸਿਰਫ ਓਜ਼ੋਨ ਦੀ ਗੱਲ ਨਹੀਂ, ਇਹ ਉਮੀਦ ਦੀ ਕਹਾਣੀ ਹੈ। ਇੱਕ ਸਬੂਤ ਹੈ ਕਿ ਜਦੋਂ ਵਿਗਿਆਨ, ਸਰਕਾਰਾਂ ਤੇ ਲੋਕ ਇਕਜੁੱਟ ਹੋ ਜਾਣ ਤਾਂ ਅਸੀਂ ਸਭ ਤੋਂ ਵੱਡੇ ਖਤਰਿਆਂ ਨੂੰ ਵੀ ਹਰਾ ਸਕਦੇ ਹਾਂ। ਸਵਾਲ ਇਹ ਹੈ ਕਿ ਕੀ ਇਸ ਇਤਿਹਾਸਿਕ ਸਫਲਤਾ ਤੋਂ ਸਿੱਖ ਕੇ ਅੱਜ ਦੀਆਂ ਵੱਡੀਆਂ ਵਾਤਾਵਰਣਕ ਚੁਣੌਤੀਆਂ ਦਾ ਸਾਹਮਣਾ ਵੀ ਉਸੇ ਜਜ਼ਬੇ ਨਾਲ ਕਰ ਸਕਦੇ ਹਾਂ?